असलामुअलैकुम गुड मॉर्निंग सोहणियो गुड मॉर्निंग लो भी सोहणियो देख लवो असी अज मॉल आए हैं ते ये मॉल दे बिल्कुल सामने बस स्टेशन है इत्थे दा ते इत्थे बसेस मुख्तलिफ इलाके दियां खड़ियां होंदियां ने और फिर लोग अपने हिसाब दे नाल जेड़ा ना अपनी अपनी बस के नंबर के हिसाब दे नाल वेटिंग करते हैं और फिर अपने चले जाते हैं अपनी मंजिल मकसूद ते अज सुबह जो असी उठे हाँ बड़ी ਜਿਹੜੇ ਠੰਡੀਆਂ ਹਵਾਵਾਂ ਤੇ ਬਾਰਿਸ਼ ਤੇਜ਼ ਸੀ ਤੇ ਲੱਗ ਨਹੀਂ ਰਿਹਾ ਸੀ ਅਸੀਂ ਮੋٹے ਛੋਟੇ ਕੋਟ ਸ਼ੋਟ ਪਾ ਲਏ ਔਰ ਅਸੀਂ ਫਿਰ ਨਿਕਲੇ ਆ ਲੇਕਿਨ ਹੁਣ ਦੇਖੋ ਕਿੰਨੀ ਅੱਛੀ ਚਮਕਦੀ ਹੋਈ ਧੁੱਪ ਨਿਕਲ ਆਈ ਹੈ ਬੜਾ ਅੱਛਾ ਦਿਨ ਹੋ ਗਿਆ ਵੇ ਅਸੀਂ ਹੁਣ ਮਾਲ ਦੇ ਅੰਦਰ ਜਾਵਾਂਗੇ ਬੱਚਿਆਂ ਨੇ ਕੁਝ ਛੋਟੀ ਮੋਟੀ ਚੀਜ਼ਾਂ ਲੈਣੀਆਂ ਨੇ ਤੇ ਅਸੀਂ ਖਰੀਦਦਾਰੀ ਕਰਾਂਗੇ ਔਰ ਉਸ ਤੋਂ ਬਾਅਦ ਕੀ ਕਹਿੰਦੇ ਨੇ ਅਸੀਂ ਵਾਪਸੀ ਤੇ ਆ ਦੇਖੋ ਜੀ ਕਬੂਤਰ ਕਿੰਨੇ ਸੋਹਣੇ ਪੇ ਲੱਗਦੇ ਨੇ वास्ता ये रब दा तू जावी वे कबूतरा चिट्ठी मेरे ढोल नू पुछावी वे कबूतरा वास्ता ये रब दा तू जावी वे कबूतरा। मॉल दे अंदर दाखिल होंदे ही फेवरेट स्टोर ਪ੍ਰਾਈਮਾਰਕ ਵਿੱਚ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਵੇ ਕਿ ਰੀਜ਼ਨੇਬਲ ਪ੍ਰਾਈਸ 'ਤੇ ਚੀਜ਼ਾਂ ਮਿਲਦੀਆਂ ਨੇ ਔਰ ਇਹਨਾਂ ਦੇ ਚੀਜ਼ਾਂ ਵੀ ਬਹੁਤ ਅੱਛੀਆਂ ਹੁੰਦੀਆਂ ਨੇ ਕਦੀ ਮੈਂ ਐਸੀ ਚੀਜ਼ ਅੱਜ ਤੱਕ ਇੱਥੋਂ ਨਹੀਂ ਦੇਖੀ ਹੈ ਕਿ ਜਿਹੜੀ ਕੋਈ ਖ਼ਰਾਬ ਨਿਕਲੀ ਹੋਵੇ ਜਾਂ ਉਹਦੀ ਮਤਲਬ ਕੁਆਲਿਟੀ ਅੱਛੀ ਨਾ ਹੋਵੇ ਬਹੁਤ ਅੱਛੀ ਕੁਆਲਿਟੀ ਦੀ ਚੀਜ਼ ਮਿਲਦੀ ਹੈ ਇੱਥੇ ਔਰ ਬੱਚਿਆਂ ਵਾਲੇ ਤਾਂ ਜ਼ਿਆਦਾਤਰ ਇੱਥੋਂ ਹੀ ਆਉਂਦੇ ਨੇ ਅਸੀਂ ਵੀ ਆਪਣੇ ਰਾਫੇ ਯੂਸੁਫ ਮੁਸਤਫਾ ਦੇ ਛੋਟੇ ਜਿਹੇ ਕੱਪੜੇ ਬੱਚਿਆਂ ਦੇ ਲੈਣੇ ਹੁੰਦੇ ਨੇ ਟੀ ਸ਼ਰਟਾਂ ਬਹੁਤ ਅੱਛੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਨੇ ਇਸ ਤੋਂ ਜਦੋਂ ਵੀ ਤੁਸੀਂ ਪ੍ਰਾਈਮਾਰਕ ਆਉਂਦੇ ਹੋ ਤਾਂ ਬਈ ਇੱਥੇ ਹਮੇਸ਼ਾ ਤੁਹਾਨੂੰ ਰਸ਼ ਹੀ ਨਜ਼ਰ ਆਉਂਦਾ ਵੇ ਅਤੇ ਬੜੇ ਅੱਛੇ ਗਰਮੀਆਂ ਦੇ ਕੱਪੜੇ ਆ ਗਏ ਨੇ ਜੀ ਖੁੱਲ੍ਹੇ ਟਰਾਊਜ਼ਰ ਔਰ ਜਿਹੜੇ ਫਰੋਕ ਸਟਾਈਲਸ ਪਾਉਂਦੇ ਨੇ ਔਰ ਛੋਟੇ ਜਿਹੜੇ ਸਟਾਈਲ 'ਚ ਕੱਪੜੇ ਪਾਉਂਦੇ ਨੇ ਉਹ ਸਾਰਾ ਭਰਿਆ ਪਿਆ ਵੇ ਕਿਉਂਕਿ ਹੁਣ ਲੋਕਾਂ ਨੇ ਗਰਮੀਆਂ ਆ ਰਹੀਆਂ ਨੇ ਔਰ ਸ਼ਾਪਿੰਗ ਸ਼ੁਰੂ ਕਰ ਦਿੱਤੀ ਹੈ ਔਰ ਫਿਰ ਲੋਕ ਕੁਛ ਛੁੱਟੀਆਂ ਗੁਜ਼ਾਰਨ ਜਾਂਦੇ ਨੇ ਕੁਛ ਲੋਕ ਵੈਸੇ ਹੀ ਮੌਸਮ ਦਾ ਲੁਤਫ ਉਠਾਉਂਦੇ ਨੇ ਇਸ ਤੋਂ ਰਸ਼ ਲੱਗਿਆ ਹੋਇਆ ਔਰ ਬੜੀ ਅੱਛੀ ਵੈਰਾਈਟੀ ਨਜ਼ਰ ਆ ਰਹੀ ਹੈ ਸਾਡੇ ਪਾਉਣ ਵਾਲੇ ਤਾਂ ਇੱਥੇ ਕੱਪੜੇ ਘੱਟ ਹੀ ਨਜ਼ਰ ਆਉਂਦੇ ਨੇ ਪਰ ਅਸੀਂ ਦੇਖ ਕੇ ਖੁਸ਼ ਹੋ ਜਾਂਦੇ ਹਾਂ ਪ੍ਰਾਈਮਾਰਕ ਤੋਂ ਅਸੀਂ ਨਿਕਲੇ ਸ਼ਾਪਿੰਗ ਕਰਕੇ ਅਤੇ ਫਿਰ ਇੱਥੇ ਜਿਹੜਾ ਕੌਰਨ ਖਾਧਾ ਬੱਚਿਆਂ ਨੇ ਕਿ ਇਹ ਬੜਾ ਫੇਵਰੇਟ ਹੈ ਇੱਥੇ ਅਤੇ ਅਸੀਂ ਉਹ ਖਾਧਾ ਅਤੇ ਇੱਥੇ ਨਾਲ ਹੀ ਇੱਕ ਹਾਲ ਹੈ ਉਹ ਜ਼ਿਆਦਾਤਰ ਤਾਂ ਖਾਲੀ ਸਾਨੂੰ ਨਜ਼ਰ ਆਉਂਦਾ ਵੇ ਲੇਕਿਨ ਅੱਜ ਇੱਥੇ ਬੜੇ ਮੁਖਤਲਿਫ ਕਿਸਮ ਦੇ ਸਟਾਲ ਲੱਗੇ ਹੋਏ ਸਨ ਔਰ ਕੁਛ ਲੋਕ ਦੇਖ ਰਹੇ ਸਨ ਇਸ ਤਰ੍ਹਾਂ ਮੁਖਤਲਿਫ ਛੋਟੇ ਜਿਹੜਾ ਨਾ ਟੇਬਲਾਂ ਦੇ ਉੱਪਰ ਸਮਾਨ ਰੱਖ ਕੇ ਹਰ ਕੋਈ ਜਿਵੇਂ ਸਟਾਲ ਮਾਰਕੀਟ ਲੱਗੀ ਹੁੰਦੀ ਹੈ ਨਾ ਇਸ ਤਰ੍ਹਾਂ ਲੱਗਿਆ ਹੋਇਆ ਸੀ ਅਤੇ ਇਹ ਮੈਂ ਫਸਟ ਟਾਈਮ ਇੱਥੇ ਦੇਖਿਆ ਸੀ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇੱਥੇ ਬਣ ਰਹੀਆਂ ਸਨ ਔਰ ਲੋਕ ਫਿਰ ਮੈਂ ਇੱਕ ਲੇਡੀ ਕੋਲੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਵੀ ਇਹ ਸਮਾਲ ਬਿਜ਼ਨਸਿਸ ਵਾਲੇ ਜਿਹੜੇ ਨੇ ਮਹੀਨੇ 'ਚ ਇੱਕ ਦਿਨ ਮਾਰਕੀਟ ਇਸ ਤਰ੍ਹਾਂ ਲੱਗਦੀ ਹੈ ਇਸ ਹਾਲ ਵਿੱਚ ਔਰ ਇੱਥੇ ਫਿਰ ਲੋਕ ਆਪਣਾ ਜੋ ਵੀ ਆਪਣਾ ਬਿਜ਼ਨਸ ਹੁੰਦਾ ਹੈ ਲੈ ਕੇ ਆਉਂਦੇ ਨੇ ਜੋ ਚੀਜ਼ ਵੇਚਣੀ ਹੁੰਦੀ ਹੈ ਜਾਂ ਜੋ ਉਹਨਾਂ ਦੀ ਵੈਰਾਈਟੀ ਹੁੰਦੀ ਹੈ ਔਰ ਫਿਰ ਉਹ ਲੋਕ ਦੇਖਦੇ ਨੇ ਨਾਲ ਕਰਦੇ ਨੇ ਕਿ ਬਈ ਸਾਨੂੰ ਚਾਹੀਦਾ ਕਿ ਨਹੀਂ ਕੁਛ ਔਨਲਾਈਨ ਆਰਡਰ ਬੁੱਕ ਕਰਵਾਉਂਦੇ ਨੇ ਅਤੇ ਫਿਰ ਇਸ ਤਰ੍ਹਾਂ ਬਿਜ਼ਨਸਿਸ ਵਾਲਿਆਂ ਨੂੰ ਫਾਇਦਾ ਹੁੰਦਾ 45 ਪਾਊਂਡ ਜਿਹੜਾ ਨਾ ਇੱਕ ਸਟਾਲ ਦਾ ਲੈਂਦੇ ਨੇ ਮੈਂ ਤਾਂ ਇੰਨੀ ਦੇਰ 'ਚ ਉਹਨਾਂ ਦਾ ਇੰਟਰਵਿਊ ਵੀ ਕਰ ਲਿਆ ਮੈਂ ਕਿਹਾ ਮੌਕਾ ਚੰਗਾ ਚਲੋ ਪੁੱਛ ਲਈਏ ਵੀ ਇਹ ਕੀ ਲੱਗਿਆ ਕਿਉਂਕਿ ਮੈਂ ਫਸਟ ਟਾਈਮ ਦੇਖੀ ਇਹ ਚੀਜ਼ ਨਾ ਕਿ ਇੱਥੇ ਬੜਾ ਸਾਰਾ ਹਾਲ ਹੈ ਔਰ ਇੱਥੇ ਜ਼ਿਆਦਾਤਰ ਤਾਂ ਇਹ ਚੇਅਰਸ ਪਈਆਂ ਹੁੰਦੀਆਂ ਨੇ ਜਿਹੜਾ ਮਸਾਜ ਚੇਅਰ ਅਤੇ ਇੱਥੇ ਬੈਠ ਕੇ ਮਸਾਜ ਕਰੋ ਮੈਂ ਜਦੋਂ ਵੀ ਜਾਂਦੀ ਹਾਂ ਮੈਂ ਜ਼ਰੂਰ ਕਰਨੀ ਹਾਂ ਲੇਕਿਨ ਇਸ ਦਫਾ ਮਸਾਜ ਨਹੀਂ ਕੀਤਾ ਕਿਉਂਕਿ ਇੰਨਾ ਰਸ਼ ਸੀ ਇੱਥੇ ਔਰ ਲੋਕ ਆ ਜਾ ਰਹੇ ਸਨ ਅਤੇ ਫਿਰ ਮੈਨੂੰ ਅੱਛਾ ਨਹੀਂ ਲੱਗਿਆ ਕਿ ਚਲੋ ਫੇਰ ਕਦੀ ਸਹੀ ਅਤੇ ਅਸੀਂ ਬਸ ਸਟਾਲਸ ਦੇਖਦੇ ਰਹੇ ਬੜੇ ਅੱਛੇ ਸਟਾਲ ਲੋਕਾਂ ਨੇ ਕੁਛ ਹੈਂਡਮੇਡ ਚੀਜ਼ਾਂ ਬਣਾਈਆਂ ਹੋਈਆਂ ਨੇ ਔਰ ਕੁਛ ਕੀ ਕਹਿੰਦੇ ਨੇ ਐਸੇ ਘਰ 'ਚੋਂ ਲੈ ਕੇ ਆਏ ਨੇ ਚੀਜ਼ਾਂ ਬਣਾ ਕੇ ਅਤੇ ਬਹੁਤ ਅੱਛਾ ਲੱਗਾ ਮੈਨੂੰ ਇਹ ਚੀਜ਼ਾਂ ਦੇਖ ਕੇ ਨਾ ਅਤੇ ਪੱਥਰ 'ਤੇ ਜਿੱਥੇ ਵੀ ਮੈਂ ਦੇਖਣੀ ਆ ਵੀ ਮੇਰੀ ਕਮਜ਼ੋਰੀ ਨੇ ਮੈਂ ਤਾਂ ਜ਼ਰੂਰ ਉੱਥੇ ਰੁਕ ਕੇ ਜ਼ਰੂਰ ਦੇਖਣੀ ਆ ਕਿ ਇਹ ਨਗ ਪੱਥਰ ਇਹ ਮੇਰੀ ਬੜੀ ਕਮਜ਼ੋਰੀ ਹੈ ਅਤੇ ਇਹ ਦੇਖੋ ਅਹਿਰਾਮੇ ਮਿਸਰ ਦੀ ਤਰ੍ਹਾਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਬਹੁਤ ਅੱਛੀ ਚੀਜ਼ਾਂ ਨੇ ਬੱਚਿਆਂ ਦੇ ਹੱਥ 'ਚ ਪਾਉਣ ਵਾਲੇ ਬ੍ਰੈਸਲੇਟਸ ਔਰ ਬਹੁਤ ਚੀਜ਼ਾਂ ਅਤੇ ਅੱਛਾ ਲੱਗ ਰਿਹਾ ਸੀ ਔਰ ਕੀ ਕਹਿੰਦੇ ਨੇ ਇੱਥੇ ਰਸ਼ ਵੀ ਖਾਸਾ ਹੈ ਇੱਥੇ ਲੋਕਾਂ ਨੇ ਕਾਰਡਸ ਵਗੈਰਾ ਆਪਣੇ ਛਪਵਾ ਕੇ ਰੱਖੇ ਹੋਏ ਨੇ ਜਿਹੜਾ ਆਉਂਦਾ ਵੇ ਉਹ ਦੇਖਦਾ ਵੇ
ਔਰ ਫਿਰ ਉਹਨੂੰ ਆਰਡਰ ਵੀ ਕਰਨਾ ਚਾਹੁੰਦਾ ਤੇ ਕਰ ਦਿੰਦਾ ਵੇ। ਤੇ ਚਲੋ ਜੀ, ਇਹ ਵੀ ਇੱਕ ਨਵਾਂ ਤਜਰਬਾ ਹੋ ਗਿਆ ਸਾਨੂੰ, ਕਿਉਂਕਿ ਇਸ ਤੋਂ ਪਹਿਲੇ ਮੈਂ ਕਦੀ ਇੱਥੇ ਮਾਰਕੀਟ ਨਹੀਂ ਦੇਖੀ ਸੀ। ਨਾਲ ਨਾਲ ਦੇਖੋ ਕਲੀਨਿੰਗ ਚੱਲ ਰਹੀ ਹੈ ਕਿ ਲੋਕ ਆ ਜਾ ਰਹੇ ਨੇ, ਤੇ ਤਾਂ ਕਿ ਫਰਸ਼ ਜਿਹੜਾ ਵੇ ਸਾਫ਼ ਰਵੇ, ਫਲੋਰ। ਔਰ ਇਸ ਤਰਫ ਜਿਹੜਾ ਟਰਕਿਸ਼ ਵਾਲਿਆਂ ਨੇ ਆਪਣਾ ਲਾਇਆ ਹੋਇਆ ਆਪਣੀ ਮਿਠਾਈਆਂ, ਔਰ ਇਹਨਾਂ ਦੇ ਜਿਹੜੇ ਮੇਵਾ ਜਾਤ, ਔਰ ਇਹਨਾਂ ਦੇ ਜਿਹੜੇ ਮਿੱਠੇ ਹੁੰਦੇ ਨੇ, ਬਹੁਤ ਵੈਰਾਈਟੀ। ਮੈਨੂੰ ਤੇ ਇਹਨਾਂ ਦੇ ਨਾਮ ਹੀ ਨਹੀਂ ਪਤਾ, ਬਸ ਇੱਕ ਹੀ ਪਤਾ ਹੈ ਕਿ ਟਰਕਿਸ਼ ਬਕਲਾਵਾ। ਬਕਲਾਵੇ ਤੋਂ ਇਲਾਵਾ ਮੈਨੂੰ ਕੋਈ ਨਾਂ ਨਹੀਂ ਪਤਾ, ਲੇਕਿਨ ਇੱਥੇ ਬਹੁਤ ਵੈਰਾਈਟੀ ਪਈ ਸੀ, ਔਰ ਕਲਰਫੁਲ ਔਰ ਖੂਬਸੂਰਤ। ਅਤੇ ਅਸੀਂ ਇਹ ਵੀ ਸਾਰਾ ਦੇਖਿਆ ਰਾਊਂਡ ਕਰਕੇ ਕਿ ਚਲੋ ਚਾਰੋਂ ਪਾਸੇ ਝਾਤੀ ਮਾਰੀਏ। ਬੜੀਆਂ ਅੱਛੀਆਂ ਅੱਛੀਆਂ ਚੀਜ਼ਾਂ ਪਈਆਂ, ਔਰ ਖਾਸੇ ਲੋਕ ਇੱਥੋਂ ਖਰੀਦਦਾਰੀ ਕਰ ਰਹੇ ਸਨ, ਜਿਨ੍ਹਾਂ ਨੂੰ ਪਤਾ ਵੇ, ਔਰ ਉਹ ਲੈ ਰਹੇ ਸਨ। ਔਰ ਕੁਛ ਲੋਕ ਵੈਸੇ ਵੀ ਲੈ ਲੈਂਦੇ ਨੇ ਕਿ ਚਲੋ ਵੀ ਅਸੀਂ ਟਰਾਈ ਕਰੀਏ ਥੋੜ੍ਹਾ ਜਿਹਾ ਲੈ ਕੇ ਚੀਜ਼। ਇਸ ਤਰ੍ਹਾਂ ਤੁਹਾਡਾ ਬਿਜ਼ਨਸ ਫੈਲਦਾ ਵੇ। ਕਿਸੇ ਨੇ ਥੋੜ੍ਹੀ ਬਹੁਤ, ਅਸੀਂ ਵੀ ਇੱਥੋਂ ਥੋੜ੍ਹਾ ਬਕਲਾਵਾ ਜਿਹੜਾ ਨਾ ਫਿਰ ਅਸੀਂ ਲਿਆ ਕਿ ਟੇਸਟ ਕਰਾਂਗੇ ਅਸੀਂ ਨਾ ਕਿ ਕੈਸਾ ਵੇ। ਅਤੇ ਲਓ ਜੀ, ਇੱਥੇ ਵੀ ਇਹ ਬੜਾ ਅੱਛਾ ਜਿਹੜਾ ਚਮੜੇ ਦੀ ਬਣੀਆਂ ਹੋਈਆਂ ਚੀਜ਼ਾਂ, ਜਿਹੜਾ ਲੈਦਰ ਦੇ ਕਿੰਨੀ ਅੱਛੀ ਅੱਛੀ ਚੀਜ਼ਾਂ ਨੇ, ਔਰ ਬੜਾ ਹੀ ਅੱਛਾ ਲੱਗ ਰਿਹਾ। ਪਰਸ ਬਣੇ ਹੋਏ, ਕੀ ਚੇਨਸ, ਔਰ ਬਹੁਤ ਅੱਛੇ ਅੱਛੇ। ਨਾਲ ਇਹਨਾਂ ਨੇ ਤਾਂ ਬਾਕਾਇਦਾ ਆਪਣਾ ਲਿਖ ਕੇ ਵੀ ਆਪਣਾ ਸਾਰਾ ਵੈਬਸਾਈਟ ਵਗੈਰਾ ਸਾਰਾ ਲਾਇਆ ਹੋਇਆ ਵੇ ਲਿਖ के। तो लो भाई, बिजनेस फैलाने के लिए बड़ा अच्छा ये दिया जा रहा है इनको प्लेटफार्म कि इत्थे लोग आंदे ने, खुशबूआं भी ने इत्थे। और ਇਹ ਜਿਹੜੇ ਲਾਉਂਦੀਆਂ ਨੇ ਬੱਚੀਆਂ, ਜਿਹੜਾ ਮਸਾਜ ਕਰਦੀਆਂ ਨੇ ਚਿਹਰੇ ਦਾ, ਉਹਦੇ ਵਾਸਤੇ ਵੀ ਜਿਹੜਾ ਨਾ ਚੀਜ਼ਾਂ ਹੈਗੀਆਂ ਨੇ। ਬਹੁਤ ਹੀ ਅੱਛਾ ਲੱਗਿਆ। ਖਾਸਾ ਬੜਾ ਹਾਲ ਹੈ, ਔਰ ਖਾਸੇ ਜਿਹੜਾ ਨਾ ਲੋਕ ਆਏ ਹੋਏ ਨੇ। ਇੱਥੇ ਅਬਾਏ ਮੈਂ ਦੇਖੇ, ਅਬਾਏ ਬੜੇ ਅੱਛੇ ਨੇ ਲੱਗੇ ਹੋਏ। ਔਰ ਇੱਥੇ ਵੀ ਲੇਡੀ ਬੈਠੇ ਨੇ, ਔਰ ਉਹਨਾਂ ਨੇ ਵੀ ਦੱਸਿਆ ਕਿ ਜੀ ਅਸੀਂ ਇਹ ਸਾਡਾ ਔਨਲਾਈਨ ਵੀ ਅਸੀਂ ਵੇਚਦੇ ਹਾਂ, ਔਰ ਇਹ ਘਰ ਤੋਂ ਲੈ ਕੇ ਆਏ ਸਨ ਚੀਜ਼ਾਂ ਬਣਾ ਕੇ। ਮੈਂ ਉਹਨਾਂ ਕੋਲੋਂ ਪੁੱਛਿਆ, ਉਹਨਾਂ ਕਿਹਾ ਮੈਂ ਸਾਰਾ ਘਰ ਤੋਂ ਬਣਾ ਕੇ ਲੈ ਕੇ ਆਈ ਹਾਂ। ਅਗਰ ਕੋਈ ਮੈਨੂੰ ਆਰਡਰ ਦੇਣਾ ਚਾਹੁੰਦਾ ਵੇ ਅਤੇ ਫਿਰ ਮੈਂ ਆਰਡਰ ਵੀ ਲੈਂਦੀ ਹਾਂ। ਇਸ ਤੋਂ ਥੋੜ੍ਹਾ ਇੱਥੇ ਡਿਸਪਲੇ ਕੀਤਾ ਹੋਵੇ ਤਾਂ ਕਿ ਲੋਕ ਦੇਖਣਗੇ ਸਾਡੀ ਕੀ ਚੀਜ਼ ਅਸੀਂ ਬਣਾਉਂਦੇ ਹਾਂ ਔਰ ਕਿਸ ਤਰ੍ਹਾਂ ਅਸੀਂ ਵੇਚਦੇ ਹਾਂ। ਵੀ ਆਈਡੀਆ ਬਹੁਤ ਅੱਛਾ ਵੇ। ਚਲੋ ਜੀ, ਅਸੀਂ ਹੁਣ ਥੱਕ ਚੁੱਕੇ ਹਾਂ, ਹੁਣ ਚਲੀਏ ਘਰ। ਸ਼ਾਪਿੰਗ ਕਰਕੇ ਅਸੀਂ ਵਾਪਸ ਆ ਚੁੱਕੇ ਹਾਂ। ਬੇਇੰਤਹਾ ਥਕਾਵਟ ਹੋ ਗਈ ਹੈ, ਲੇਕਿਨ ਐਵੇਂ ਕਿ ਬੱਚੇ ਬੜੇ ਖੁਸ਼ ਹੋ ਗਏ, ਕਿਉਂਕਿ ਬੱਚਿਆਂ ਨੂੰ ਸ਼ੌਕ ਹੁੰਦਾ ਕਿ ਨਵੀਂ ਨਵੀਆਂ ਸਾਨੂੰ ਚੀਜ਼ਾਂ ਮਿਲਣ। ਔਰ ਗਰਮੀਆਂ ਆ ਰਹੀਆਂ ਨੇ ਅਤੇ ਬੱਚਿਆਂ ਦੀ ਸ਼ਾਪਿੰਗ ਅਸੀਂ ਕਰਨ ਗਏ ਸਾਂ ਕਿ ਟੀ ਸ਼ਰਟ ਵਗੈਰਾ ਅਤੇ ਛੋਟਾ ਮੋਟਾ ਜਿਹੜਾ ਪੈਨਸਲ ਵਗੈਰਾ ਉਹਨਾਂ ਨੇ ਲੈਣੀਆਂ ਸਨ, ਅਤੇ ਥੋੜ੍ਹਾ ਜਿਹਾ ਆਊਟਿੰਗ ਵੀ ਹੋ ਜਾਂਦੀ ਹੈ ਬੱਚਿਆਂ ਦੀ। ਇਹ ਸਕਾਰਫ ਲਏ ਨੇ ਨੈਕਸਟ ਤੋਂ, ਔਰ ਇਹ ਅਸੀਂ ਪ੍ਰਾਈਮਾਰਕ ਤੋਂ ਲਿਆ ਸਮਾਨ। ਬੱਚਿਆਂ ਨੇ ਅਹਦ ਔਰ ਅਬਦੁੱਲਾ ਦੇ ਕੱਪੜੇ ਲਏ ਨੇ ਗਰਮੀਆਂ ਦੇ, ਇਹਨਾਂ ਨੇ ਸ਼ਰਟਾਂ ਵਗੈਰਾ ਲਈਆਂ ਨੇ ਆਪਣੀਆਂ। ਔਰ ਇਹ ਬੱਚਿਆਂ ਨੇ ਆਪਣੇ ਮਾਰਕਰ ਵਗੈਰਾ ਜਿਹੜੇ ਲੈਂਦੇ ਨੇ, ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਵੇ। ਇਹਨਾਂ ਨੇ ਆਪਣਾ ਸਮਾਨ ਲਿਆ ਵੇ, ਔਰ ਨਾਲ ਇੱਕ ਚੱਪਲ ਲਈ ਗਈ ਹੈ। ਅਤੇ ਚਲੋ ਜੀ, ਇਹ ਪ੍ਰਾਈਮਾਰਕ ਦਾ ਜਿਹੜਾ ਨਾ ਅਸੀਂ ਸ਼ਾਪਿੰਗ ਕੀਤੀ ਹੈ, ਲੇਕਿਨ ਉਹ ਸਕਾਰਫ ਜਿਹੜੇ ਨੇ ਅਸੀਂ ਨੈਕਸਟ ਤੋਂ ਲਏ ਨੇ। ਔਰ ਬਾਕੀ ਜਿਹੜਾ ਵੇ ਬੱਚਿਆਂ ਨੇ ਆਪਣੀ ਚੋਇਸ ਨਾਲ ਲਏ ਨੇ, ਆਪਣੀ ਖੁਸ਼ੀ ਦੇ ਨਾਲ ਕਿ ਸਾਨੂੰ ਇਹ ਕਲਰ ਪਸੰਦ ਹੈ, ਸਾਨੂੰ ਇਹ ਕਲਰ ਪਸੰਦ ਹੈ। ਸਭ ਦੀ ਪਸੰਦ ਕਲਰ ਲੈ ਦਿੱਤੇ ਗਏ ਨੇ। ਔਰ ਬੱਚਿਆਂ ਦੀ ਹੋ ਗਈ ਈਦ, ਕਿਉਂਕਿ ਬੱਚੇ ਖੁਸ਼ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਸ਼ਾਪਿੰਗ ਕਰਵਾਉਂਦੇ ਆ ਨਾ, ਅਤੇ ਬੱਚੇ ਬਹੁਤ ਖੁਸ਼ ਹੋ ਜਾਂਦੇ ਨੇ। ਗਰਮਾ ਗਰਮ ਬਿਰਯਾਨੀ, ਬੱਕਰੇ ਕੇ ਗੋਸ਼ਤ ਕੀ ਬਿਰਯਾਨੀ, ਦਮ ਖੋਲਿਆ ਵੇ, ਖਾਣਾ ਅਸੀਂ ਖਾਣ ਲੱਗੇ ਹਾਂ। ਚਲੋ ਜੀ, ਪਾਓ ਬਿਰਯਾਨੀ, ਨਾਲ ਹੋ ਰਿਹਾ ਰੋਸਟ, ਚਿਕਨ ਰੋਸਟ। ਖਾਣੇ ਤੋਂ ਬਾਅਦ ਆ ਗਿਆ ਜੀ ਫਰੂਟ ਚਾਟ ਔਰ ਹਲਾਵਾ, ਅੰਦਰਿਸਾ ਅਤੇ ਇਹ ਆਪਣਾ ਪਾਕਿਸਤਾਨੀ ਕੀ ਕਹਿੰਦੇ ਨੇ, ਪਤੀਸਾ। ਇਹ ਹੁਣ ਖੋਲ੍ਹ ਕੇ ਦੇਖਦੇ ਹਾਂ, ਉਹ ਲੱਛੇ ਵਾਲਾ ਹੋਣਾ ਹੈ ਨਾ, ਉਹ ਲੱਛੇ ਵਾਲਾ। ਅਤੇ ਇਹ ਆ ਗਏ ਜੀ ਕੇਕ ਰਸ ਔਰ ਨਮਕ ਪਾਰੇ। ਔਰ ਇੰਨਾ ਸਾਰੇ ਮੁਸਲਮਾਨਾਂ ਨੇ ਇਹ ਚੀਜ਼ਾਂ ਹਾਲੇ ਖਾਣੀਆਂ ਨੇ। ਔਰ ਇਹ ਮੁਸਲਮਾਨ ਜਿਹੜੇ ਨੇ ਮੈਦਾਨ ਵਿੱਚ ਮੌਜੂਦ ਨੇ, ਔਰ ਸਾਰਾ ਮਿੱਠਾ ਜਿਹੜਾ ਨਾ ਵਾਰੀ ਵਾਰੀ ਚੱਖਣਾ ਹੈ। ਲੇਕਿਨ ਉਮਰ ਕਹਿ ਰਿਹਾ ਕਿ ਇਹ ਸਾਊਦੀ ਅਰਬ ਦਾ ਖਾਸ ਇੱਕ ਹਲਾਵਾ ਵੇ, ਇਹ ਜ਼ਰੂਰ ਤੁਸੀਂ ਟੇਸਟ ਕਰਿਓ। ਅਤੇ ਚਲੋ ਵੀ ਇਹ ਤਾਂ ਅਸੀਂ ਜ਼ਰੂਰ ਟੇਸਟ ਕਰਾਂਗੇ। ਚਲੋ ਵੀ ਖੁਮਾਸ਼ ਚੱਕ ਕੇ ਦੇਖੋ, ਇਹ ਲੋ ਖਾਇਆ हुआ है। वनीला फ्लेवर में आता है ये चीज़ में। ਬੱਚਿਆਂ ਨੂੰ ਲੈ ਕੇ ਗਏ, ਬੱਚਿਆਂ ਨੇ ਆਪਣੇ ਕੱਪੜੇ ਖਰੀਦੇ, ਔਰ ਜੋ ਜੋ ਚੀਜ਼ਾਂ ਚਾਹੀਦੀਆਂ ਸਨ ਉਹਨਾਂ ਨੇ ਲੈ ਲਈਆਂ। ਅਤੇ ਸਭ ਤੋਂ ਵੱਡੀ
ਵੱਡੀ ਆ ਸਭ ਤੋਂ ਛੋਟੀ ਬੱਚੀ, ਕਿਉਂ ਪਿੱਛੇ ਰਹਿੰਦੀ ਬਈ। ਤੇ ਉਸ ਬੱਚੀ ਨੇ ਵੀ ਥੋੜੀ ਜੀ ਹਲਕੀ ਫੁਲਕੀ, ਉਹ ਹਲਕੀ ਫੁਲਕੀ ਕਹਿੰਦੇ ਨਾ ਭੁੱਖ ਮੇ ਹਲਕਾ ਫੁਲਕਾ ਟਕ। ਤੇ ਅਸੀਂ ਇੱਕ ਚਸ਼ਮਾ ਲੈ ਲਿਆ, ਪਲੱਸ ਦੇਖਣ ਵਾਸਤੇ ਵੀ, ਨੰਬਰ ਦੇਖਣ ਵਾਸਤੇ ਵੀ ਚਸ਼ਮਾ ਪਾਉਣਾ ਪੈਣਾ ਵੇ ਮੈਨੂੰ, ਕਿਉਂਕਿ ਮੇਰਾ ਨੰਬਰ ਖਾਸਾ ਵੱਧ ਗਿਆ ਵੇ ਜਿਹੜਾ ਅੱਖ ਦਾ। ਤੇ ਉਹ ਫਿਰ ਮੈਂ ਅਕਸਰ ਇਸ ਤਰ੍ਹਾਂ ਹੁੰਦਾ ਮੇਰਾ, ਵੈਸੇ ਤੇ ਉੱਥੋਂ ਅਸੀਂ ਸਪੈਕਸ ਦੇ ਵਰਤੋਂ ਨਜ਼ਰਾਂ ਟੈਸਟ ਕਰਕੇ ਤੇ ਉਹ ਬਣਵਾਇਆ ਵੇ। ਆਂਖੋਂ ਹੀ ਆਂਖੋਂ ਮੇ ਇਸ਼ਾਰਾ ਹੋ ਗਿਆ, तो बनवाया वे। पर है वे कि कभी मैं रख के भुल जाती हाँ, वो चश्मा मैंने मिलता ही नहीं है। और उस बगैर मैं बिल्कुल समझो अन्नी हाँ कि नज़र ही नहीं आता नज़दीक की, जो वीडियो जोड़नी हो, कुछ थंबनेल बनाना हो, कुछ नज़र नहीं फिर मैनू आता। एक दिन थोड़ा एक हफ्ता पहले इस तरह ही मेरे ना होया, तो मैं चश्मा रख के भुल गई तो बड़ा मसला होया। तो फिर मैं अंदाजे के नाल इत्थों प्राइमर्क तो चुक लिया। मैं कहा चलो गुजारा हो जाएगा तो काफ़ी हद तक बेहतर है। मैं कहा चलो वो कहते ना अड़े थोड़े टाइम वास्ते, अड़े थोड़े टाइम वास्ते असी फिर लै लिया। असी कहा चलो लै लैने आ, कभी मैं रख के अगर भुल जावां तो फिर की कहते हैं यह काम आ जाएगा। तो चलो जी, यह असी पूरे 2.5 पाउंड की शॉपिंग की है। तो लेकिन अच्छा भी सही है कि चलो गुजारा होएगा। और बाकी जरा यह असी 2.5 पाउंड दी ए लईयां ने, पोनियां लईयां ने मैं, जड़ियाँ 3-4 कपड़े वालियां नहीं होंदियां, यह लै लिया कि वो छोटी जी जी गुतली गुत लमकदी पई है ना छोटी जी, ਉਹਦੇ वास्ते। तो यह लै लिया। तो चलो जी, एक असी लिया हेयर बैंड जोड़े बने होंगे ने कपड़े वाले, यह मैं लै लिया। यह तो बचपन की एक याद भी है साढ़ा कि असी हेयर बैंड इस लाने होंगे सा। और की कहते हैं वो बाजार से बड़े बनाए रबड़ टाइप मिलते सन, वो अज भी शायद मिलते होंगे। लेकिन एक नवी चीज़ आई है, सिर्फ मैं इस वजह ना लिया वे कि रात को जो मैं सोनी आ ना, तो वाल जो बार बार मूँह के उपर आते हैं, इन्नी उलझन होंगी है मैनू उस वेले। तो फिर मैं यह लैके ट्राई बेस से लिया। मैं कहा चलो मैं लै लैनी हाँ, अगर सही होया रात को सौन लगी इस तरह वालों पर जिवें पा लिया तो वाल अगे ना आन। तो हुण देखो, हुण ट्राई करांगे इनू कि सही साड़ी 3.5 पाउंड का आया। तो लो बई असी ठीक ठाक शॉपिंग कर लीए। हथ ताई की कबर के उत्ते लत्त मार दी जोर की। तो इस तरह ही होता है कि छोटी छोटी चीज़ां बस दफा होंदियां ने कि तुहानूं इन्नी ज़रूरत भी नहीं होंदी, लेकिन थोड़ी जी ज़रूरत होंदी भी है, फिर तुसीं चुक लेंदे हो इस तरह। इस तरह जाने फिर कोई छोटी मोटी चीज़ कभी जिवें कोई चाहिदी होंदी है फिर मैं चुक लैनी हाँ। तो बड़ी तो बड़ी भी चुकी दी है सारे, लेकिन वही मैं तुहानूं दस्सिया सी ना कि मैं ज़्यादातर स्वैटर वगैरह चीज़ां तो असीं तो उत्थों चुकने टीके मैक्स तो, लेकिन प्राइमार्क तो चश्मे वगैरह चीज़ां अच्छियां मिल जांदियां ने। तो फिर वो कभी मैं चाहिए होवे, क्योंकि पहले जो मेरी नज़र बिल्कुल वो नहीं सी ना बहुत ज़्यादा वीक, तो फिर प्राइमार्क तो लैनी सा, क्योंकि मुस्तफा सी, मुस्तफा ने मेरे बहुत चश्मे तोड़े। मुस्तफा ऐसा टिक करके मेरे हाथ च फड़ा दिंदा सी, मैं देखती रह जानी सा यह की होया। तो मुस्तफा तोड़ के मेरे हाथ च फड़ा दिंदा हुंदा सी। उन्होंने रास्ते बहुत चश्मे मैं खरीदे, बहुत ज़्यादा। जो मुस्तफा इत्थे रहिंदा सी, छोटा सी, तो तकरीबन हर हफ्ते एक चश्मा मेरा शहीद हो जाता सी। तो चलो जी, वो भी हसीन यादां साढ़े नाल अज मौजूद ने कि इस तरह चश्मे टुटते होंदे सन ते असीं लैंदे होंदे सा। इस तरह कि कहते हैं थोड़ी बहुत शॉपिंग कर ली, तुहानूं दिखा दिता कि मौसम का। तो इत्थे तुहानूं इस तरह ही है कि मौसम का अगर असीं सोचीए कि असीं ना जाइए किते, तो फिर तो दुनिया निकल ही नहीं सकती है। पूरा मैनूं लगदा है कि यूके रोक ही जाए अगर मौसम का लोग ख्याल करन। लेकिन मौसम ऐसा है कि कभी एकदम धुप्प आ जाती है, कभी एकदम बदल बारिश शुरू हो जाती है, कभी एकदम हवावां चलदियां ने। मतलब कि बिल्कुल इस दफ़ा हर यूके वैदर का तो खैर वैसे ही मशहूर है, ये कोई भरोसा नहीं है। लेकिन इस दफ़ा तो बिल्कुल ही गैर भरोसे वाला हो गया ना कि हले तक अप्रैल विच तुसीं देखो ठंडियां हवावां दा राज है, तो क्या कहते हैं बहुत खासी ठंड है। तो लो जी, असीं तुहानूं अपनी भरपूर शॉपिंग दिखा दी। तो उस बचपन के जमाने अस थोड़ी जी झाती मार लईए कि जदों ईद आती सी ना, तो फिर शौक होंदा सी कि चश्मे लाने का भी, लेकिन ज़्यादा शौक मुंडियां नूं होंदा सी। शब्बीर हुसैन साहब दसणगे कि उन्होंने कभी ईद ते चश्मा लिया कि नहीं लिया। मैं काला चश्मा, तो काला चश्मा तो सानूं भी शौक होंदा सी, पर्स मिल जाए तो छोटी जी कोई होर चीज़। चश्मे ज़्यादातर मुंडियां का शौक होंदा सी, लेकिन असीं किसी लाए देखने सन ग्लासिस तो बड़े अच्छे लगते होंदे सन
ਕਿ ਅਸੀਂ ਵੀ ਮਤਲਬ ਲਾਈਏ। ਉਹ ਕਦੀ ਕਿਸੇ ਕੋਈ ਮਿਲ ਜਾਂਦਾ ਹੁੰਦਾ ਸੀ, ਕਿਸੇ ਸਹੇਲੀ ਕੋ ਹੋਣਾ, ਕੁਛ ਹੋਣਾ, ਇੱਕ ਦੂਸਰੇ ਲਾ ਕੇ ਅਸੀਂ ਸ਼ੌਕ ਪੂਰਾ ਕਰ ਲੈਂਦੇ ਹੁੰਦੇ ਸਾਂ। ਕਿਉਂਕਿ ਉਹ ਜ਼ਮਾਨਾ ਐਸਾ ਸੀ ਕਿ ਇੰਨੀਆਂ ਚੀਜ਼ਾਂ ਆਮ ਨਹੀਂ ਸਨ। ਤੁਹਾਡੀ ਦਸਤਰਸ ਵਿੱਚ ਨਹੀਂ ਸੀ, ਬੜੇ ਬੜੇ ਬਾਜ਼ਾਰ ਨਹੀਂ ਹੁੰਦੇ ਸਨ, ਔਰ ਆਮ ਨਹੀਂ ਸਨ ਚੀਜ਼ਾਂ। ਇਸ ਤੋਂ ਕਿਸੇ ਇੱਕ ਕੋ ਵੀ ਚੀਜ਼ ਹੁੰਦੀ ਸੀ ਨਾ, ਪਰ ਉਹ ਇੱਕ ਸਾਰੀਆਂ ਸਹੇਲੀਆਂ ਫਿਰ ਉਹ ਕੀ ਕਹਿੰਦੇ ਨੇ ਵਾਰੀ ਵਾਰੀ ਪਾ ਲੈਣਾ, ਵਾਰੀ ਵਾਰੀ ਦੇਖ ਲੈਣਾ, ਇੱਕ ਦੂਸਰੇ ਨੂੰ ਚੀਜ਼ ਦਿਖਾਈ ਵੀ ਜਾਂਦੀ ਸੀ ਤਾਂ ਬੜਾ ਅੱਛਾ ਲੱਗਦਾ ਹੁੰਦਾ ਸੀ। ਕਿ ਅਗਰ ਕਿਸੇ ਕੋ ਵੀ ਚਸ਼ਮਾ ਹੁੰਦਾ ਸੀ ਨਾ, ਉਹ ਫਿਰ ਬੜਾ ਸਮਝਿਆ ਜਾਂਦਾ ਸੀ ਕਿ ਭਈ ਇਹ ਤਾਂ ਬੜਾ ਕੋਈ ਮੌਜ਼ਸ ਬੰਦਾ ਵੇ ਜਿਹਦੇ ਕੋਲ ਚਸ਼ਮਾ ਵੀ ਮੌਜੂਦ ਹੈ, ਗਲਾਸਿਸ, ਸਨ ਗਲਾਸਿਸ, ਅਤੇ ਉਹਦੀ ਫਿਰ ਕਦਰ ਵੀ ਕੀਤੀ ਜਾਂਦੀ ਸੀ। ਅਤੇ ਉਹ ਕੀ ਕਹਿੰਦੇ ਨੇ, ਉਹ ਫਿਰ ਉਹ ਦੂਸਰਿਆਂ ਨੂੰ ਵੀ ਥੋੜ੍ਹਾ ਮੌਕਾ ਦੇ ਦਿੰਦਾ ਹੁੰਦਾ ਸੀ ਕਿ ਚਲੋ ਠੀਕ ਹੈ, ਤੁਸੀਂ ਪਾ ਕੇ ਦੇਖ ਲਵੋ, ਆਪਣਾ ਸ਼ੌਕ ਪੂਰਾ ਕਰ ਲਵੋ। ਅਤੇ ਬਚਪਨ ਦੀ ਇੱਕ ਹੋਰ ਸ਼ੌਕ ਉਸ ਦਿਨ ਮੈਂ ਜਦੋਂ ਟ੍ਰੈਫਿਡ ਸੈਂਟਰ ਗਏ, ਉੱਥੇ ਇੱਕ ਸ਼ੌਪ ਦੇ ਅੱਗੇ ਮੈਂ ਖੜੀ ਹੋਈ, ਇੰਨੀ ਹਾਈ ਹੀਲਸ, ਇੰਨੀ ਹਾਈ ਹੀਲਸ ਸਨ ਕਿ ਮੈਂ ਦੇਖ ਕੇ ਮੈਨੂੰ ਫੌਰਨ ਆਪਣਾ ਬਚਪਨ ਯਾਦ ਆ ਗਿਆ ਕਿ ਜਦੋਂ ਸਾਨੂੰ ਬੜਾ ਅੱਡੀ ਵਾਲੀ ਜੁੱਤੀ, ਹੁਣ ਹਾਈ ਹੀਲਸ ਕਹਿੰਦੇ ਨੇ, ਹਾਈ ਹੀਲ ਦਾ ਲਫ਼ਜ਼ ਆ ਗਿਆ ਵੇ, ਇੱਕ ਬੜਾ ਜ਼ਰਾ ਨਜ਼ਾਕਤਾਂ ਨਾਲ ਕਹਿੰਦੇ ਨੇ, ਪਰ ਸਾਡੇ ਪੰਜਾਬੀ ਵਿੱਚ ਕਹਿੰਦਾ ਅੱਡੀ ਵਾਲੀ ਜੁੱਤੀ। ਅਤੇ ਅੱਡੀ ਵਾਲੀ ਜੁੱਤੀ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਈਦ ਆਵੇ, ਕੁਛ ਆਵੇ, ਲੇਕਿਨ ਸਾਨੂੰ ਮਿਲਦੀ ਨਹੀਂ ਹੁੰਦੀ ਸੀ ਅੱਡੀ ਵਾਲੀ ਜੁੱਤੀ। ਕਿਉਂਕਿ ਅੱਬੂ ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ, ਉਹ ਕਹਿੰਦੇ ਹੁੰਦੇ ਸਨ ਤੁਹਾਡੇ ਦੰਦ ਟੁੱਟ ਜਾਣਗੇ, ਗਿੱਟਾ ਟੁੱਟ ਜਾਏਗਾ, ਕੋਈ ਨਹੀਂ ਪਾਣੀ ਤੁਸੀਂ। ਅਤੇ ਉਹ ਫਿਰ ਦੰਦ ਔਰ ਗਿੱਟੇ ਬਚਾਉਂਦੇ ਬਚਾਉਂਦੇ ਅਸੀਂ ਜਿਹੜਾ ਨਾ ਕਈ ਖਵਾਹਿਸ਼ਾਂ ਆਪਣੀਆਂ ਕੁਰਬਾਨ ਕਰ ਦਿੱਤੀਆਂ ਕਿ ਬਈ ਦੰਦ ਨਾ ਟੁੱਟ ਜਾਣ, ਕਿਉਂਕਿ ਵੱਡੇ ਆ ਕਹਿੰਦੇ ਸਨ, ਠੀਕ ਹੈ ਬਈ, ਬੜੇ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਨਾ। ਇਸ ਤੋਂ ਅੱਡੀ ਵਾਲੀ ਜੁੱਤੀ ਇੱਕ ਹਸਰਤ ਹੀ ਰਹੀ। ਕੋਈ ਮਹਿਮਾਨ ਆਉਂਦਾ ਸੀ ਨਾ ਸਾਡੇ ਘਰ, ਅਤੇ ਅਸੀਂ ਅੱਡੀ ਵਾਲੀ ਜੁੱਤੀ ਪਾਉਂਦੇ ਹੁੰਦੇ ਸਾਂ। ਮਹਿਮਾਨ ਨੇ ਬਹਿ ਜਾਣਾ ਅਤੇ ਕਰਕੇ ਅਸੀਂ ਉਸ ਮਹਿਮਾਨ ਦੀ ਜੁੱਤੀ ਪਾ ਕੇ ਟਿਕ 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 ਫਿਰਨਾ, ਸ਼ੌਕ ਪੂਰਾ ਕਰਨਾ। ਅੱਲਾ ਜੰਨਤ ਨਸੀਬ ਕਰੇ, ਮੇਰੀ ਚਾਚੀ ਆਉਂਦੇ ਹੁੰਦੇ ਸਨ ਜਦੋਂ ਛੁੱਟੀਆਂ 'ਚ ਸਿਆਲਕੋਟ ਤੋਂ ਸਾਡੇ ਕੋਲ। ਚਾਚੀ ਕੋਲ ਇੱਕ ਹਾਈ ਹੀਲ ਦੀ ਜਿਹੜਾ ਨਾ ਸੈਂਡਲ ਹੁੰਦੀ ਸੀ, ਔਰ ਫਿਰ ਚਾਚੀ ਦੀ ਸਾੜੀ ਵੀ ਹੁੰਦੀ ਸੀ। ਉਹ ਚਾਚੀ ਕੋਲੋਂ ਪੁੱਛ ਕੇ ਕਿ ਚਾਚੀ ਪਾ ਲਵਾਂ, ਚਾਚੀ ਨੇ ਕਹਿਣਾ ਹਾਂ ਬਸ। ਉਹ ਚਾਚੀ ਨੇ ਜਿੰਨੇ ਦਿਨ ਰਹਿਣਾ ਵੇ ਸਾਡੇ ਘਰ, ਅਤੇ ਅਸੀਂ ਬਸ ਉਹੀ ਜੁੱਤੀ ਹੁੰਦੀ ਸੀ, ਉਹੀ ਸਾੜੀ, ਪਰ ਰੋਜ਼ ਮੈਂ ਪਾ ਕੇ ਨਾ ਇਸ ਤਰ੍ਹਾਂ ਫਿਰਦੀ ਹੁੰਦੀ ਸਾਂ ਜਿਵੇਂ ਅੱਜ ਮੈਂ ਉੱਪਰ ਆਸਮਾਂ ਨੀਚੇ, आज मैं आगे ज़माना है पीछे। ਤੇ ਇਸ ਤਰ੍ਹਾਂ ਉੱਡਦੀ ਹੁੰਦੀ ਸਾਂ। ਅਤੇ ਬੜਾ ਉਹ ਪਿਆਰਾ ਦੌਰ ਸੀ ਕਿ ਸਾੜੀ ਬੰਨ੍ਹਣ ਦਾ ਬੱਚੀਆਂ ਨੂੰ ਸ਼ੌਕ ਹੁੰਦਾ ਸੀ। ਦੁਪੱਟੇ ਦੀ ਹੀ ਸਾੜੀ ਬਣਾ ਲਈ ਜਾਂਦੀ ਸੀ ਜ਼ਿਆਦਾਤਰ, ਕਿ ਦੁਪੱਟੇ ਦੀ ਸਾੜੀ ਬਣਾ ਲੈਣੀ। ਅਤੇ ਅੱਡੀ ਵਾਲੀ ਜੁੱਤੀ, ਅੱਡੀ ਵਾਲੀ ਜੁੱਤੀ ਦਾ ਬੜਾ ਹੀ ਸ਼ੌਕ ਹੁੰਦਾ ਸੀ। ਮੇਰੀ ਜਦੋਂ ਸ਼ਾਦੀ ਹੋਈ ਉਦੋਂ ਫਸਟ ਟਾਈਮ ਅੱਡੀ ਵਾਲੀ ਜੁੱਤੀ ਮੇਰੀ ਸ਼ਾਦੀ 'ਤੇ ਜਿਹੜੀ ਖਰੀਦਦਾਰੀ ਕੀਤੀ, ਉਦੋਂ ਫਿਰ ਅੱਬੂ ਨੂੰ ਤਰਸ ਆ ਗਿਆ ਸਾਡੇ 'ਤੇ। ਅੱਬੂ ਨੂੰ ਤਰਸ ਆ ਗਿਆ। ਅੱਬੂ ਕਹਿੰਦੇ ਚਲੋ ਬਈ ਇਹਨੂੰ ਲੈ ਦਿਓ, ਇਹ ਮਰ ਚਲੀਏ ਅੱਡੀ ਵਾਲੀ ਜੁੱਤੀ ਤੋਂ ਬਗੈਰ। ਤਾਂ ਇੱਕ ਅੱਡੀ ਵਾਲੀ ਜੁੱਤੀ ਮਿਲ ਗਈ। ਫਿਰ ਮੈਂ ਜਿੱਥੇ ਵੀ ਜਾਂਦੀ ਸਾਂ ਨਾ, ਮੈਂ ਉਹ ਅੱਡੀ ਵਾਲੀ ਜੁੱਤੀ ਪਾਉਂਦੀ ਹੁੰਦੀ ਸੀ। ਉਹ ਇੱਕ ਹੀ ਜੁੱਤੀ ਸੀ, ਇੰਗਲਿਸ਼ ਬੂਟ ਹਾਊਸ, ਜ਼ੇਬੁਨ ਸਟਰੀਟ 'ਤੇ ਇੰਗਲਿਸ਼ ਬੂਟ ਹਾਊਸ, ਬਹੁਤ ਅੱਛੀਆਂ ਉਹਦੀ ਜੁੱਤੀਆਂ ਹੁੰਦੀਆਂ ਨੇ। ਉੱਥੋਂ ਫਿਰ ਮੇਰੇ ਅੱਬੂ ਨੇ ਸ਼ਾਦੀ ਦੀਆਂ ਜਿਹੜੀ ਮੈਂ ਜੁੱਤੀਆਂ ਲਈਆਂ ਨਾ, ਇੱਕ ਸੋਫਟੀ ਟਾਈਪ ਸੀ, ਇੱਕ ਹੋਰ 3 ਮਿਲੀਆਂ ਸਨ ਮੈਨੂੰ, ਅਤੇ ਉਹ ਇੱਕ ਹਾਈ ਹੀਲ ਦੀ ਮਿਲ ਗਈ ਸੀ। ਬਸ ਬਈ ਮੈਨੂੰ ਤਾਂ ਐਸਾ ਲੱਗਦਾ ਸੀ ਕਿ ਜ਼ਿੰਦਗੀ ਦੁਨੀਆ ਜਾਣ ਦਾ ਮਕਸਦ ਹੀ ਸਾਡਾ ਪੂਰਾ ਹੋ ਗਿਆ ਵੇ, ਹਾਈ ਹੀਲ ਮਿਲ ਗਈ ਹੈ। ਉਹ ਕਿਸੇ ਵੀ ਜਗ੍ਹਾ ਜਾਣਾ ਹੋਵੇ, ਬਸ ਘਰੋਂ ਬਾਹਰ ਜਾਣਾ, ਕਿਸੇ ਦੇ ਘਰ ਮਿਲਣ ਜਾ ਰਹੇ ਹਾਂ, ਕੋਈ ਸ਼ਾਦੀ ਹੈ, ਕੋਈ ਫੰਕਸ਼ਨ ਹੈ, ਉਹ ਹਾਈ ਹੀਲ ਪਾ ਕੇ ਬਹੁਤ ਚਲੇ। ਬਹੁਤ ਜ਼ਿਆਦਾ ਸ਼ੌਕ ਵੀ ਸੀ ਉਸ ਜ਼ਮਾਨੇ 'ਚ ਹਾਈ ਹੀਲ ਜਿਹੜਾ ਨਾ ਬਹੁਤ ਪਾਈ ਫਿਰ ਸ਼ਾਦੀ ਤੋਂ ਬਾਅਦ। ਅਤੇ ਬਸ ਉਹ ਮੈਨੂੰ ਬਹੁਤ ਅੱਛਾ ਲੱਗਦਾ ਹੁੰਦਾ ਸੀ। ਔਰ ਬੜੀ ਉਹ ਜੁੱਤੀ ਵੀ ਬੜੀ ਅੱਛੀ ਸੀ ਕਿ ਲਾਈਟ ਵੇਟ, ਔਰ ਪੈਰ ਵੀ ਨਹੀਂ ਉਹ 'ਚ ਜ਼ਿਆਦਾ ਥੱਕਦਾ ਸੀ। ਅਤੇ ਦੇਖੋ ਜੀ ਕਿ ਜ਼ਮਾਨੇ ਦੇ ਸ਼ੌਕ ਨੇ। ਹੁਣ ਅਸੀਂ ਸਾਹਮਣੇ ਦੇਖਦੇ ਹਾਂ ਹਜ਼ਾਰਾਂ ਹਾਈ ਹੀਲਸ ਪਈਆਂ ਨੇ ਸਾਡੇ ਸਾਹਮਣੇ, ਦੁਕਾਨਾਂ 'ਤੇ ਜਾਂਦੇ ਹਾਂ, ਪਰ ਕਦੀ ਅਸੀਂ ਜਸਾਰਤ ਨਹੀਂ ਕਰਦੇ ਹਾਈ ਹੀਲ ਲੈਣ ਦੀ। ਬਿਲਕੁਲ ਕੋਸ਼ਿਸ਼ ਹੀ ਨਹੀਂ ਕਰਦੇ ਹਾਂ ਅਤੇ ਕਿ ਅਸੀਂ ਉਹ ਖਰੀਦੀਏ। ਬਸ ਦੇਖ ਕੇ ਉਹ ਦੇਖਦੇ ਹੀ ਫੌਰਨ ਨੂੰ ਬਚਪਨ ਯਾਦ ਆ ਜਾਂਦਾ ਵੇ, ਜਦੋਂ ਅਸੀਂ ਤਰਸਦੇ ਹੁੰਦੇ ਸਾਂ ਇਹਨਾਂ ਚੀਜ਼ਾਂ ਨੂੰ। ਲੇਕਿਨ ਐਵੇਂ ਕਿ ਅਸੀਂ ਪਾ ਨਹੀਂ ਸਕਦੇ ਹੁੰਦੇ ਸਾਂ, ਇੱਦਾਂ ਸਾਡੇ ਕੋਲ ਹੁੰਦੀਆਂ ਸਨ। ਬੜੇ ਮਨਾ ਕਰਦੇ ਹੁੰਦੇ ਸਨ ਕਿ ਨਹੀਂ, ਅੱਡੀ ਵਾਲੀ ਜੁੱਤੀ ਨਹੀਂ ਪਾਉਣੀ। ਅਤੇ ਅੱਡੀ ਵਾਲੀ ਜੁੱਤੀ ਐਸਾ ਕਈ ਯਾਦਾਂ ਨੇ ਜੇ ਤੁਹਾਡੇ ਨਾਲ ਸ਼ੇਅਰ ਕਰਨੀ ਆ। ਅਤੇ ਅੱਡੀ ਵਾਲੀ ਜੁੱਤੀ ਵੀ ਜਿਹੜੀ ਹੈ ਨਾ, ਉਹ ਬਚਪਨ 'ਚ ਬੜਾ ਹੁੰਦਾ ਸੀ। ਜਦੋਂ ਵੀ ਅੱਬੂ ਨਾਲ ਈਦ 'ਤੇ ਜੁੱਤੀ ਲੈਣ ਜਾਣਾ, ਅਤੇ ਉਹ ਚਮਕਦੀਆਂ ਹੋਈਆਂ ਜੁੱਤੀਆਂ ਅੱਛੀਆਂ ਲੱਗਣੀਆਂ, ਪਰ ਅੱਬੂ ਨੇ ਕਹਿਣਾ ਨਹੀਂ, ਤੁਹਾਡਾ ਗਿੱਟਾ ਨਿਕਲ ਜਾਏਗਾ, ਦੰਦ ਟੁੱਟ ਜਾਣਗੇ। ਅਤੇ ਬਈ ਉਹ ਫਿਰ ਅਸੀਂ ਇਹ ਵਾਲੇ ਦੰਦ ਜਿਹੜੇ ਨਾ ਬਚਾਉਂਦੇ ਬਚਾਉਂਦੇ ਅਸੀਂ ਆਪਣੀ ਖਵਾਹਿਸ਼ਾਂ ਕੁਰਬਾਨ ਕਰ ਦਿੱਤੀਆਂ।
ਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਚਸ਼ਮਾ ਹੋ ਗਿਆ, ਹਾਈ ਹੀਲਸ ਹੋ ਗਿਆ, ਇਸ ਤਰ੍ਹਾਂ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਕਿ ਜਿਹੜੀਆਂ ਅਸੀਂ ਕੀ ਕਹਿੰਦੇ ਬੱਚੀਆਂ ਨੇ ਦੁਪੱਟੇ ਦੇ ਨਾਲ ਸਾੜੀ ਬਣਾ ਲੈਂਦੇ ਹੁੰਦੇ ਸਾਂ। ਦੁਪੱਟਾ ਇਸ ਤਰ੍ਹਾਂ ਬੰਨ੍ਹ ਕੇ ਗਿਰਾ ਲਾ ਕੇ ਔਰ ਉਹਨੂੰ ਐਸਾ ਵਲੇਟ ਕੇ ਨਾ, ਤੇ ਇੱਥੇ ਪੱਲੂ ਆ ਜਾਂਦਾ ਸੀ, ਜੈਸਾ ਟਿੜਕ ਟਿੜਕ ਕਰਕੇ ਟੁਰਦੇ ਹੁੰਦੇ ਸਾਂ ਕਿ ਅਸੀਂ ਸਾੜੀ ਪਾ ਲਈਏ। ਉਹ ਦੁਪੱਟੇ ਸਾੜੀਆਂ ਬਣਾਉਣ ਦੇ ਕੰਮ ਆਉਂਦੇ ਸਨ। ਬੁਰਕਾ ਵੀ ਇਸ ਦੁਪੱਟੇ ਨਾਲ ਬਣਾ ਲਿਆ ਜਾਂਦਾ ਸੀ ਕਿ ਉਹਨੂੰ ਇੱਕ ਡਬਲ ਕਰਕੇ ਔਰ ਐਸਾ ਕਰਕੇ ਬੁਰਕਾ ਬਣਾ ਕੇ ਔਰ ਉਹਦਾ ਨਕਾਬ ਸੁੱਟ ਲਿਆ ਜਾਂਦਾ ਸੀ। ਅਤੇ ਉਹ ਅਸੀਂ ਫਿਰ ਬੁਰਕਾ ਪਾ ਕੇ ਫਿਰ ਕੁੜੀਆਂ ਘਰ ਘਰ ਖੇਡਦੀਆਂ ਹੁੰਦੀਆਂ ਨਾ, ਅਤੇ ਬੁਰਕਾ ਪਾ ਕੇ ਫਿਰ ਆਉਣਾ, ਫਿਰ ਦਰਵਾਜ਼ਾ ਖੜਕਾਉਣਾ, ਅਤੇ ਉਹ ਫਿਰ ਉਹਨੂੰ ਪੁੱਛਣਾ ਕੌਣ, ਉਹਨੇ ਕਿਹਾ ਮੈਂ, ਉਹ ਫਿਰ ਆਉਂਦੀ ਸੀ, ਫਿਰ ਨਕਾਬ ਚੁੱਕਦੀ ਸੀ। ਇਸ ਤਰ੍ਹਾਂ ਸਾਡੇ ਬਚਪਨ ਦੇ ਖੇਲ ਹੁੰਦੇ ਸਨ ਕਿ ਸਹੇਲੀਆਂ ਨਾਲ ਜਿਹੜੇ ਖੇਡ ਵੀ ਖੇਡਣੇ ਨਾ, ਉਹ ਇਸ ਤਰ੍ਹਾਂ ਹੁੰਦੇ ਸਨ ਕਿ ਉਹ ਸਾੜੀ ਬੰਨ੍ਹ ਲਈ ਅਤੇ ਕੀ ਕਹਿੰਦੇ ਨੇ ਬੁਰਕਾ ਬਣਾ ਲਿਆ, ਅਤੇ ਬਸ ਇਸ ਤਰ੍ਹਾਂ ਖਿਡੌਣੇ ਰੱਖ ਲਏ ਬੱਚੀਆਂ ਵਾਲੇ, ਗੁੱਡੀਆਂ ਲੈ ਲਈਆਂ, ਸਿਰਹਾਣਿਆਂ ਦੇ ਨਾਲ ਘਰ ਬਣਾ ਲਏ, 2 ਸਿਰਹਾਣੇ ਇਸ ਤਰ੍ਹਾਂ ਰੱਖ ਕੇ ਉੱਤੇ ਦੁਪੱਟਾ ਪਾ ਕੇ ਛੋਟਾ ਜਿਹਾ ਘਰ ਬਣ ਜਾਂਦਾ ਹੁੰਦਾ ਸੀ। ਉਹਦੇ ਵਿੱਚ ਵੜ ਕੇ ਅਸੀਂ ਬਹਿ ਜਾਂਦੇ ਹੁੰਦੇ ਸਾਂ ਕਿ ਸਾਡਾ ਘਰ ਹੈ। ਉਹ ਬਚਪਨ ਦੇ ਹਸੀਨ ਜ਼ਮਾਨੇ ਯਾਦ ਆਉਂਦੇ ਨੇ, ਉਹ ਖੇਡਾਂ ਯਾਦ ਆਉਂਦੀਆਂ ਨੇ, ਆਪਣੀ ਹਿਮਾਕਤਾਂ ਯਾਦ ਆਉਂਦੀਆਂ ਨੇ। ਅਤੇ ਹੁਣ ਕੀ ਕਹਿੰਦੇ ਨੇ, ਹਾਸਾ ਵੀ ਉਹਨਾਂ 'ਤੇ ਬੜਾ ਆਉਂਦਾ ਵੇ ਕਿ ਅਸੀਂ ਕੀ ਕੁਝ ਕਰਦੇ ਰਹੇ ਹਾਂ। ਇੰਨਾ ਮਾਸੂਮੀਅਤ ਦਾ ਦੌਰ ਸੀ ਕਿ 2 ਸਿਰਹਾਣੇ ਇੱਧਰ ਰੱਖ ਕੇ 2 ਸਿਰਹਾਣੇ ਇੱਧਰ, ਉੱਤੇ ਚਾਦਰ, ਕੋਈ ਵੀ ਕੱਪੜਾ, ਚਾਦਰ, ਦੁਪੱਟਾ ਪਾ ਕੇ ਅਤੇ ਛੋਟਾ ਜਿਹਾ ਇੱਕ ਘਰ ਬਣਾ ਲੈਂਦੇ ਹੁੰਦੇ ਸਾਂ। ਅਤੇ ਉਸ ਘਰ ਵਿੱਚ ਫਿਰ ਨਾ ਅਸੀਂ ਖੇਡਦੇ ਹੁੰਦੇ ਸਾਂ ਕਿ ਸਾਡਾ ਘਰ ਹੈ। ਅਤੇ ਚਲੋ ਜੀ, ਉਹ ਬਚਪਨ ਦੇ ਖੇਡ ਜਿਹੜੀਆਂ ਚੀਜ਼ਾਂ ਨੇ ਉਹ ਫਿਰ ਹਾਫਜ਼ਿਆਂ ਵਿੱਚ ਰਹਿ ਜਾਂਦੀਆਂ ਨੇ ਤੁਹਾਡੇ, ਅਤੇ ਬਸ ਫਿਰ ਜ਼ਿੰਦਗੀ 'ਚ ਅੱਗੇ ਹੀ ਵੱਧਦੀ ਜਾਂਦੀ ਹੈ। ਅਤੇ ਤੁਸੀਂ ਇਸ ਹਵਾਲੇ ਨਾਲ ਜ਼ਰੂਰ ਆਪਣੀ ਕੋਈ ਯਾਦ ਸ਼ੇਅਰ ਕਰਿਓ ਮੇਰੇ ਨਾਲ ਕਿ ਬਚਪਨ 'ਚ ਤੁਸੀਂ ਜਿਹੜਾ ਬਿਲਕੁਲ ਇੱਕ ਦੌਰ ਹੁੰਦਾ ਵੇ, ਤੁਸੀਂ ਕਿਹੜੀ ਖੇਡ ਖੇਡੀ। ਮੈਂ ਤੁਹਾਨੂੰ ਆਪਣੀ ਸਾਰੀ ਸਿਸਟਰਸ ਨੂੰ, ਆਪਣੀ ਪਿਆਰੀ ਪਿਆਰੀ ਜੋ ਮੇਰੀ ਸਿਸਟਰਸ ਮੁਝੇ ਦੇਖ ਰਹੀ ਹੈ ਨਾ, ਉਹਨਾਂ ਨੂੰ ਮੈਂ ਅਪੀਲ ਕਰਨੀ, ਦਰਦਮੰਦਾਨਾ ਅਪੀਲ ਹੈ ਬਈ, ਕਿ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਬਚਪਨ 'ਚ ਇਹਨਾਂ 'ਚੋਂ ਕਿਹੜਾ ਖੇਡ ਖੇਡਿਆ। ਸਿਰਹਾਣਿਆਂ ਦੇ ਨਾਲ ਘਰ ਬਣਾਏ ਨੇ, ਜਾਂ ਤੁਸੀਂ ਅੱਡੀ ਵਾਲੀ ਜੁੱਤੀ ਸ਼ੌਕ ਨਾਲ ਪਾਈ ਹੈ, ਕਿਸੇ ਕੋਲ ਚਸ਼ਮਾ ਮੰਗ ਕੇ ਪਾਇਆ ਵੇ, ਤੁਸੀਂ ਕਦੀ ਸਾੜੀ ਬੰਨੀ ਹੈ ਦੁਪੱਟੇ ਨਾਲ, ਜਾਂ ਤੁਸੀਂ ਕਦੀ ਕੀ ਕਹਿੰਦੇ ਨੇ ਬੁਰਕਾ ਬਣਾਇਆ ਦੁਪੱਟੇ ਦਾ। ਇਹਨਾਂ ਸਾਰੀਆਂ ਖੇਡਾਂ ਵਿੱਚੋਂ ਤੁਸੀਂ ਕਿਹੜੀ ਖੇਡ ਖੇਡੀ, ਅਤੇ ਜਾਂ ਫਿਰ ਕੋਈ ਵੀ ਨਹੀਂ ਖੇਡੀ, ਕੋਈ ਹੋਰ ਖੇਡਾਂ ਖੇਡੀਆਂ ਨੇ। ਤੁਸੀਂ ਆਪਣੀ ਖੇਡਾਂ ਸਾਡੇ ਨਾਲ ਸ਼ੇਅਰ ਕਰੋ ਕਿ ਅਸੀਂ ਫਿਰ ਉਸ 'ਤੇ ਗੱਲ ਕਰਾਂਗੇ। ਤੁਹਾਡੀਆਂ ਯਾਦਾਂ ਵੀ ਇਸ ਵਿਹੜੇ ਵਿੱਚ ਸ਼ਾਮਿਲ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਪਤਾ ਤਾਂ ਚੱਲੇ ਨਾ ਕਿ ਅਸੀਂ ਇੰਨੇ ਕਾਰਨਾਮੇ ਦਿੱਤੇ ਨੇ, ਦਿਖਾਏ ਨੇ ਦੁਨੀਆ ਵਿੱਚ ਆ ਕੇ, ਤੁਸੀਂ ਕਿਹੜੇ ਕਿਹੜੇ ਕਾਰਨਾਮੇ ਦਿਖਾਏ ਨੇ। ਅਤੇ ਚਲੋ ਜੀ, ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ। ਨਵੀਂ ਤੁਸੀਂ ਅਗਰ ਤੁਹਾਨੂੰ ਅੱਛਾ ਲੱਗੇ, ਮੇਰੇ ਕੋਈ ਗੱਲ ਤੁਹਾਨੂੰ ਤੁਹਾਡੇ ਦਿਲ ਨੂੰ ਲੱਗੇ, ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਔਰ ਕੀ ਕਹਿੰਦੇ ਨੇ ਕਮੈਂਟ ਜ਼ਰੂਰ ਕਰਿਓ ਮੈਨੂੰ। ਅਤੇ ਅਗਰ ਕੋਈ ਨਵਾਂ ਦੇਖਣ ਵਾਲਾ ਆਉਂਦਾ ਹੋਵੇ ਤਾਂ ਬਈ ਅਗਰ ਉਸ ਸਬਸਕ੍ਰਾਈਬ ਕਰਨਾ ਚਾਹੇ ਤਾਂ ਜ਼ਰੂਰ ਕਰ ਦੇਵੇ। ਮੈਨੂੰ ਤਾਂ ਬੜੀ ਇੱਕ ਸ਼ਰਮ ਆਉਂਦੀ ਹੈ ਕਹਿੰਦੇ ਹੋਏ, ਲੇਕਿਨ ਉਹ ਕਹਿੰਦੇ ਨੇ ਯੂਟਿਊਬ ਜਿੰਨੀ ਮੈਂ ਵੀਡੀਓਜ਼ ਦੇਖਣੀ, ਉਹ ਕਹਿੰਦੇ ਤੁਸੀਂ ਕਿਆ ਜ਼ਰੂਰ ਕਰੋ ਆਖਰ ਵਿੱਚ ਕਹਿਣਾ ਚਾਹੀਦਾ ਵੇ, ਅਤੇ ਸਬਸਕ੍ਰਾਈਬਰ ਇਸ ਤਰ੍ਹਾਂ ਵੱਧਦੇ ਨੇ। ਤੁਸੀਂ ਤਾਂ ਬਸ ਚਲੋ ਕਹਿ ਦਿੰਦੇ ਆ ਕੁਛ, ਜਿੱਥੇ ਇੰਨਾ ਕੁਛ ਕਹਿੰਦੇ ਆ, ਇੱਕ ਸਿਤਮ ਔਰ ਸਹੀ, ਇੱਕ ਸਿਤਮ ਔਰ ਸਹੀ, ਅਸੀਂ ਉਹ ਵੀ ਕਰ ਲੈਂਦੇ ਹਾਂ। ਅਤੇ ਚਲੋ ਜੀ, ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਅਤੇ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਅਤੇ ਉਹ ਬੱਚੀਆਂ ਗੁੱਡੀਆਂ ਖੇਡਦੀਆਂ ਖੇਡਦੀਆਂ ਫਿਰ ਚਲੀਆਂ ਜਾਂਦੀਆਂ ਨੇ, ਤਾਂ ਗੁੱਡੀਆਂ ਪਟੋਲੇ ਉੱਥੇ ਰਹਿ ਜਾਂਦੇ ਨੇ। ਉਹ ਬਚਪਨ ਦੇ ਹਸੀਨ ਯਾਦਾਂ ਜਿਹੜੀਆਂ ਅੱਜ ਵੀ ਸਾਨੂੰ ਜਿਹੜਾ ਨਾ ਇਸ ਤਰ੍ਹਾਂ ਲੱਗਦਾ ਹੈ ਤਰੋ ਤਾਜ਼ਾ ਨੇ, ਔਰ ਅਸੀਂ ਉਹਨਾਂ ਤੋਂ ਕਦੀ ਵਿਛੜ ਨਹੀਂ ਸਕਦੇ ਉਹਨਾਂ ਯਾਦਾਂ ਤੋਂ। ਅਤੇ ਨਾ ਵਿਛੋੜੇ ਪਾਉਣ ਦੇਣੇ ਨੇ ਅਸੀਂ ਉਹਨਾਂ ਯਾਦਾਂ ਤੋਂ, ਅਤੇ ਨਾ ਹੀ ਅਸੀਂ ਉਹਨਾਂ ਨੂੰ ਛੱਡਣਾ ਵੀ। ਅਸੀਂ ਸਿਰਫ ਉਹਨਾਂ ਕੀਮਤੀ ਹਸੀਨ ਲਮਿਆਂ ਨੂੰ ਯਾਦ ਕਰਦੇ ਰਹਿਣਾ ਵੇ। फिर मिलने, अल्लाह हाफिज़, ते रब रखा, ते कौमी ड्यूटी भूलने का नहीं।